वाहिगुरू जी का खालसा वाहिगुरू जी की फतेह। गुरु रूप गुरु प्यारी साध संगत जीओ, आओ गुरबाणी सिੱਖੀਏ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਗੁਰਬਾਣੀ ਸ਼ੁੱਧ ਉਚਾਰਨ ਵਿਸ਼ੇ ਦੇ ਸੰਬੰਧ ਵਿੱਚ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਤੇ ਅਹਿਮ ਜਾਣਕਾਰੀ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਤੇ ਆਪ ਸਮੂਹ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪ ਵੀ ਦੇਖੋ ਤੇ ਹੋਰਨਾਂ ਸਿੱਖ ਸੰਗਤਾਂ ਦੇ ਨਾਲ ਵੀ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਜੀ। ਸਾਧ ਸੰਗਤ ਜੀ, ਜਿਹੜੀਆਂ ਸਿੱਖ ਸੰਗਤਾਂ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਰੋਜ਼ਾਨਾ ਸਹਿਜ ਪਾਠ ਕਰਦੀਆਂ ਹਨ, ਉਹਨਾਂ ਸਿੱਖ ਸੰਗਤਾਂ ਨੇ ਸ਼ਾਇਦ ਗਾਹੇ ਬਗਾਹੇ ਕਦੀ ਇਸ ਗੱਲ ਵੱਲ ਧਿਆਨ ਦਿੱਤਾ ਹੋਵੇਗਾ, ਤਵੱਜੋ ਦਿੱਤੀ ਹੋਵੇਗੀ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਨੂੰ ਪੜ੍ਹਦੇ ਹਾਂ ਨਾ ਜੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ ਬਹੁਤ ਜਗ੍ਹਾ ਤੇ ਜਦੋਂ ਰਾਗ ਦੀ ਸਟਾਰਟਿੰਗ ਹੁੰਦੀ ਹੈ ਨਾ ਜੀ, ਜਿਵੇਂ ਸਾਧ ਸੰਗਤ ਤੁਸੀਂ ਦੇਖ ਸਕਦੇ ਹੋ ਆ ਬਲੈਕ ਬੋਰਡ ਦੇ ਉੱਪਰ ਜੋ ਹੈ ਮੈਂ ਕੁਝ ਸ਼ਬਦਾਂ ਨੂੰ ਨੋਟ ਕੀਤਾ ਹੋਇਆ। ਜਦੋਂ ਰਾਗ ਦੀ ਸਟਾਰਟਿੰਗ ਹੁੰਦੀ ਹੈ, ਜਿਹੜੀ ਮੈਂ ਬੇਨਤੀ ਕਰਨਾ ਚਾਹ ਰਿਹਾ ਇਹਨੂੰ ਸੁਣੋ ਜੀ ਧਿਆਨ ਦੇ ਨਾਲ। ਜਿਵੇਂ ਹੁਣ ਇੱਥੇ ਰਾਗ ਗੌੜੀ ਸਟਾਰਟਿੰਗ ਹੋ ਰਿਹਾ, ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ, ਇਸੇ ਤਰ੍ਹਾਂ ਗੌੜੀ ਮਹਿਲਾ ਪੰਜਵਾਂ, ਗੌੜੀ ਮਹਿਲਾ ਪੰਜਵਾਂ। ਤੁਸੀਂ ਸਾਧ ਸੰਗਤ ਧਿਆਨ ਨਾਲ ਦੇਖੋ ਵੀ ਇਹ ਜਿਹੜਾ ਪੂਰਬੀ ਸ਼ਬਦ ਆ ਰਾਗ ਗੌੜੀ ਪੂਰਬੀ ਕਿਸਮ ਆ ਗਈ ਰਾਗ ਗੌੜੀ ਦੀ। ਇਹ ਜਿਹੜਾ ਪੂਰਬੀ ਸ਼ਬਦ ਆ, ਪੂਰਬੀ ਸ਼ਬਦ ਦੇ ਹੇਠਾਂ ਪੈਰ ਦੇ ਵਿੱਚ ਇੱਕ ਲਟਕਵਾਂ ਗਿਣਤੀਵਾਚਕ ਅੰਕ ਲੱਗਾ ਹੋਇਆ ਜੀ, 1 ਨੰਬਰ, ਇੱਕ ਗਿਣਤੀਵਾਚਕ ਅੰਕ ਆ ਜੀ। ਇਸੇ ਤਰ੍ਹਾਂ ਇਹ ਜਿਹੜਾ ਗੌੜੀ ਰਾਗ ਹੈ, ਗੌੜੀ ਸ਼ਬਦ ਦੇ ਹੇਠਾਂ ਤੁਸੀਂ ਦੇਖੋ ਵੀ 2 ਗਿਣਤੀਵਾਚਕ ਲਟਕਵਾਂ ਅੰਕ ਜਿਹੜਾ ਹੈ ਉਹ ਲਿਖਿਆ ਹੋਇਆ। ਇਸੇ ਤਰ੍ਹਾਂ ਇੱਥੇ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਗੌੜੀ ਦੇ ਪੈਰ ਦੇ ਵਿੱਚ ਜਿਹੜਾ ਹੈ ਲਟਕਵਾਂ ਗਿਣਤੀਵਾਚਕ 3 ਨੰਬਰ ਅੰਕ ਲਿਖਿਆ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ ਥਾਂ ਪਰ ਥਾਂ ਸਾਧ ਸੰਗਤ ਸਾਨੂੰ ਬਹੁਤ ਜਗ੍ਹਾ ਦੇ ਉੱਤੇ ਅਜਿਹੇ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਰਾਗ ਨੂੰ ਪੜ੍ਹਦੇ ਹਾਂ ਤੇ ਸ਼ਬਦਾਂ ਦੇ ਪੈਰਾਂ ਦੇ ਵਿੱਚ ਅਜਿਹੇ ਲਟਕਵੇਂ ਅੰਕ ਜਿਹੜੇ ਆ ਉਹ ਸਾਨੂੰ ਦੇਖਣ ਨੂੰ ਮਿਲਦੇ ਆ ਜੀ। ਤੇ ਮੈਂ ਆਪ ਸਮੂਹ ਸਿੱਖ ਸੰਗਤਾਂ ਦੀ ਨੌਲੇਜ ਵਾਸਤੇ, ਜਾਣਕਾਰੀ ਵਾਸਤੇ ਦੱਸਣਾ ਚਾਹਾਂਗਾ ਵੀ ਲਗਭਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ 38 ਵਾਰ 38 ਦਫਾ ਜਿਹੜੇ ਆ ਇਹ ਲਟਕਵੇਂ ਅੰਕ ਜਿਹੜੇ ਆ ਉਹ ਸ਼ਬਦ ਦੇ ਪੈਰ ਦੇ ਵਿੱਚ ਲਟਕਵੇਂ ਰੂਪ ਦੇ ਵਿੱਚ ਸਾਨੂੰ ਦਿਖਾਈ ਪੈਂਦੇ ਆ ਜੀ। ਤੇ ਸਭ ਤੋਂ ਵੱਡੀ ਗੱਲ ਇਹ ਵੀ ਆ ਜੀ, ਇਹ ਜਿਹੜੇ ਗਿਣਤੀਵਾਚਕ ਅੰਕ ਆ ਨਾ ਜੀ, ਇਹ ਅੰਕ ਬਹੁਤ ਹੀ ਛੋਟੇ ਜਿਹੇ ਸਰੂਪ ਦੇ ਵਿੱਚ ਜਿਹੜੇ ਆ ਉਹ ਲਿਖੇ ਹੋਏ ਆ, ਬਹੁਤ ਵੱਡੇ ਸਰੂਪ ਵਿੱਚ ਨਹੀਂ ਆ, ਬਹੁਤ ਛੋਟੇ ਜਿਹੇ ਨਿੱਕੇ ਜਿਹੇ ਸਰੂਪ ਦੇ ਵਿੱਚ ਲਿਖੇ ਹੋਏ ਆ। ਕਈ ਸਿੱਖ ਸੰਗਤਾਂ ਜਿਹੜੀਆਂ ਵਾ ਉਹ ਧਿਆਨ ਦਿੰਦੀਆਂ ਵਾ ਇਹਨਾਂ ਅੰਕਾਂ ਵੱਲ, ਤੇ ਕਈ ਸ਼ਾਇਦ ਹੋ ਸਕਦਾ ਵੀ ਸਿੱਖ ਸੰਗਤਾਂ ਨੇ ਧਿਆਨ ਨਾ ਦਿੱਤਾ ਹੋਵੇ। ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਇਹਨਾਂ ਗਿਣਤੀਵਾਚਕ ਲਟਕਵੇਂ ਜਿਹੜੇ ਅੰਕ ਲਿਖੇ ਹੋਏ ਨੇ ਸਾਧ ਸੰਗਤ, ਇਹਦੇ ਸੰਬੰਧ ਵਿੱਚ ਹੀ ਜਿਹੜੀ ਆ ਉਹ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ। ਇਹਨੂੰ ਸੁਣੋ ਜੀ ਧਿਆਨ ਦੇ ਨਾਲ। ਹਾਲਾਂਕਿ ਸਾਧ ਸੰਗਤ ਮੈਂ ਆਰੰਭਤਾ ਵਿੱਚ ਬੇਨਤੀ ਕਰਨਾ ਚਾਹਾਂਗਾ ਵੀ ਮੈਨੂੰ ਵੀ ਜਿਹੜੀ ਹੈ ਪਹਿਲਾਂ ਬਹੁਤੀ ਇਹਨਾਂ ਅੰਕਾਂ ਦੇ ਸੰਬੰਧ ਦੇ ਵਿੱਚ ਉਹ ਬਹੁਤੀ ਜਾਣਕਾਰੀ ਨਹੀਂ ਸੀ। ਮੈਂ ਸਮਝਦਾ ਹੁੰਦਾ ਸੀ ਵੀ ਇਹ ਜਿਹੜੇ ਲਟਕਵੇਂ ਗਿਣਤੀਵਾਚਕ ਅੰਕ ਨੇ ਸ਼ਾਇਦ ਇਹ ਜਿਹੜੀ ਆ ਇਹ ਸ਼ਬਦਾਂ ਦੀ ਗਿਣਤੀ ਮਿਣਤੀ ਆ। ਪਰ ਸਾਧ ਸੰਗਤ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਵੀ ਇਸ ਜਗ੍ਹਾ ਦੇ ਉੱਤੇ ਮੈਂ ਰੋਂਗ ਸੀ, ਮੈਂ ਗਲਤ ਸੀ, ਮੈਂ ਠੀਕ ਨਹੀਂ ਸੀ। ਹਾਲਾਂਕਿ ਮੈਂ ਸਮਝ ਸਕਦਾ ਵੀ ਉਸ ਸਮੇਂ ਜਾਣਕਾਰੀ ਘੱਟ ਸੀ। ਪਰ ਆ ਕੁਝ ਦਿਨ ਪਹਿਲਾਂ ਮੈਂ ਸਰਦਾਰ ਹਰਜਿੰਦਰ ਸਿੰਘ ਜੀ ਕੜਸਾਣਾ ਉਹਨਾਂ ਦਾ ਲਿਖਿਆ ਹੋਇਆ ਇੱਕ ਗੁਰਬਾਣੀ ਵਿਸ਼ੇ ਦੇ ਉੱਪਰ ਜਿਹੜਾ ਲੇਖ ਪੜ੍ਹਿਆ, ਤੇ ਹਰਜਿੰਦਰ ਸਿੰਘ ਕੜਸਾਣਾ ਦਾ ਉਹ ਲੇਖ ਪੜ੍ਹ ਕੇ ਸਾਧ ਸੰਗਤ ਇਸ ਲਟਕਵੇਂ ਅੰਕਾਂ ਦੇ ਸੰਬੰਧ ਵਿੱਚ ਜਿਹੜੀ ਆ ਉਹ ਮੈਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ। ਤੇ ਮੇਰਾ ਮਨ ਕੀਤਾ ਵੀ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਵੀ ਇਹ ਜੋ ਜਾਣਕਾਰੀ ਹੈ ਜੋ ਵੈਰੀ ਇੰਪੋਰਟੈਂਟ ਹੈ ਸਾਡੇ ਵਾਸਤੇ, ਜੋ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਹਾਲਾਂਕਿ ਸਾਧ ਸੰਗਤ ਇੱਥੇ ਇਹ ਵੀ ਗੱਲ ਯਾਦ ਰੱਖੋ, ਇਹ ਜਿਹੜੇ ਲਟਕਵੇਂ ਅੰਕ ਆ ਜੀ ਗਿਣਤੀਵਾਚਕ, 1 ਅੰਕ 2 ਅੰਕ 3 ਅੰਕ ਜਾਂ 4 ਅੰਕ ਜਾਂ 5 ਅੰਕ, ਇਹ ਲਟਕਵੇਂ ਗਿਣਤੀਵਾਚਕ ਜਿਹੜੇ ਅੰਕ ਆ ਜੋ ਬਹੁਤ ਹੀ ਛੋਟੇ ਜਿਹੇ ਸਰੂਪ ਵਿੱਚ ਲਿਖੇ ਹੋਏ ਆ। ਮੈਂ ਇੱਥੇ ਇਹ ਜ਼ਰੂਰ ਬੇਨਤੀ ਕਰਨਾ ਚਾਹਾਂਗਾ, ਇਹਨੂੰ ਸੁਣੋ ਜੀ ਧਿਆਨ ਦੇ ਨਾਲ। ਇਹ ਗਿਣਤੀਵਾਚਕ ਅੰਕ ਜਿਹੜੇ ਆ ਇਹ ਉਚਾਰਨ ਦਾ ਵਿਸ਼ਾ ਨਹੀਂ ਆ,
ਜਦੋਂ ਅਸੀਂ ਮਹਾਰਾਜ ਦੀ ਬਾਣੀ ਦਾ ਪਾਠ ਕਰਨਾ ਹੈ, ਇਹਨਾਂ ਲਟਕਵੇਂ ਗਿਣਤੀਵਾਚਕ ਅੰਕਾਂ ਦਾ ਅਸੀਂ ਉਚਾਰਨ ਨਹੀਂ ਕਰਨਾ। ਇਹ ਜਿਹੜੇ ਲਟਕਵੇਂ ਗਿਣਤੀਵਾਚਕ ਅੰਕ ਨੇ ਇਹ ਸਮਝਣ ਦਾ ਵਿਸ਼ਾ ਹੈ। ਜਦੋਂ ਅਸੀਂ ਗੁਰਬਾਣੀ ਦੀ ਡਿਟੇਲ ਦੇ ਵਿੱਚ ਵਿਆਖਿਆ ਪੜ੍ਹਦੇ ਹਾਂ ਜਾਂ ਗੁਰਬਾਣੀ ਦੇ ਅਰਥ ਕਰਦੇ ਹਾਂ, ਉਸ ਸਮੇਂ ਸਾਧ ਸੰਗਤ ਇਹ ਲਟਕਵੇਂ ਗਿਣਤੀਵਾਚਕ ਅੰਕ ਜਿਹੜੇ ਆ ਇਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਬੜੀ ਜ਼ਰੂਰੀ ਆ। ਤੇ ਅੱਜ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਜੀ, ਇਹਨੂੰ ਸੁਣੋ ਧਿਆਨ ਨਾਲ। ਸਭ ਤੋਂ ਪਹਿਲਾਂ ਸਾਧ ਸੰਗਤ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਆ ਤੇ ਇਸ ਗੱਲ ਨੂੰ ਯਾਦ ਰੱਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਜਿਹੜੀ ਆ ਉਹ ਆਪਾਂ ਸਾਰੇ ਜਾਣਦੇ ਆ ਜੀ 31 ਰਾਗਾਂ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਜਿਹੜੀ ਆ ਉਹ ਦਰਜ ਕੀਤੀ ਹੋਈ ਆ। ਸਮੁੱਚੇ 31 ਰਾਗ ਆ ਜੀ, ਤੇ 31 ਰਾਗਾਂ ਦੇ ਵਿੱਚੋਂ ਜਿਹੜਾ ਰਾਗ ਗੌੜੀ ਆ ਜੀ, ਇਸ ਗੱਲ ਨੂੰ ਯਾਦ ਰੱਖੋ ਵੀ ਰਾਗ ਗੌੜੀ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਵਿੱਚੋਂ ਸਭ ਤੋਂ ਵੱਡਾ ਰਾਗ ਆ ਜੀ। ਤੇ ਰਾਗ ਗੌੜੀ ਦੇ ਵਿੱਚ ਜਿਹੜੀ ਹੈ ਉਹ ਸਭ ਤੋਂ ਵਧੇਕ ਬਾਣੀ ਜਿਹੜੀ ਆ ਉਹ ਗੁਰੂ ਸਾਹਿਬਾਨਾਂ ਦੀ, ਭਗਤ ਸਾਹਿਬਾਨਾਂ ਦੀ ਜਿਹੜੀ ਆ ਉਹ ਦਰਜ ਆ ਜੀ। ਤੇ ਜਦੋਂ ਅਸੀਂ ਸਾਧ ਸੰਗਤ ਜੀ ਰਾਗ ਗੌੜੀ ਪੜ੍ਹਦੇ ਹਾਂ ਜੀ, ਇਹ ਗੱਲ ਨੂੰ ਖਿਆਲ 'ਚ ਰੱਖੋ ਵੀ ਰਾਗ ਗੌੜੀ ਦੇ ਅੰਕ ਨੰਬਰ 204 ਤੋਂ ਲੈ ਕੇ 248 ਤੱਕ 204 ਤੋਂ ਲੈ ਕੇ 248 ਤੱਕ ਇਸ ਢੰਗ ਦੇ ਨਾਲ ਜਿਹੜਾ ਹੈ ਜਦੋਂ ਆਪਾਂ ਸਟਾਰਟਿੰਗ ਕਰਾਂਗੇ ਰਾਗ ਗੌੜੀ ਦੀ ਸਾਧ ਸੰਗਤ, ਉਸ ਸਮੇਂ ਸ਼ਬਦਾਂ ਦੇ ਪੈਰਾਂ ਦੇ ਵਿੱਚ ਜਿਹੜਾ ਹੈ ਇਸ ਢੰਗ ਦੇ ਨਾਲ ਗਿਣਤੀਵਾਚਕ ਲਟਕਵੇਂ ਜਿਹੜੇ ਅੰਕ ਨੇ ਉਹ ਸਾਨੂੰ ਦਿਖਾਈ ਪੈਣਗੇ ਜੀ। 204 ਤੋਂ ਲੈ ਕੇ 248 ਅੰਕਾਂ ਤੱਕ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਵੱਖੋ ਵੱਖਰੀ ਜਗ੍ਹਾ ਦੇ ਉੱਤੇ ਇਸ ਢੰਗ ਦੇ ਨਾਲ ਜਿਹੜੇ ਆ ਉਹ ਲਟਕਵੇਂ ਅੰਕ ਜਿਹੜੇ ਆ ਉਹ ਸਾਨੂੰ ਜਿਹੜੇ ਆ ਉਹ ਦਿਖਾਈ ਪੈਂਦੇ ਆ। ਰਾਗ ਆਸਾ ਦੇ ਵਿੱਚ ਵੀ ਸਾਧ ਸੰਗਤ ਇਸ ਤਰ੍ਹਾਂ ਦੇ ਨਾਲ ਲਟਕਵੇਂ ਅੰਕ ਜਿਹੜੇ ਆ ਉਹ ਸ਼ਬਦਾਂ ਦੇ ਪੈਰਾਂ ਦੇ ਵਿੱਚ ਜਿਹੜੇ ਆ ਉਹ ਦਿਖਾਈ ਪੈਂਦੇ ਆ। ਤੇ ਹੁਣ ਇੱਥੇ ਸਾਧ ਸੰਗਤ ਜੀ ਸਮਝਣ ਵਾਲੀ ਵੈਰੀ ਇੰਪੋਰਟੈਂਟ ਵਿਚਾਰ ਇਹ ਆ ਜੀ ਵੀ ਜਿਹੜੇ ਇਹ ਲਟਕਵੇਂ ਗਿਣਤੀਵਾਚਕ ਅੰਕ ਆ, ਜੇਕਰ ਇਹ ਅੰਕਾਂ ਦਾ ਅਸੀਂ ਉਚਾਰਨ ਨਹੀਂ ਕਰਨਾ, ਫਿਰ ਸਾਡੇ ਗੁਰੂ ਸਾਹਿਬ ਨੇ ਰਾਗਾਂ ਦੀ ਸਟਾਰਟਿੰਗ ਦੇ ਵਿੱਚ ਸ਼ਬਦਾਂ ਦੇ ਪੈਰਾਂ ਦੇ ਵਿੱਚ ਇਹ ਲਟਕਵੇਂ ਗਿਣਤੀਵਾਚਕ ਅੰਕ ਬਿਲਕੁਲ ਛੋਟੇ ਜਿਹੇ ਸਰੂਪ ਦੇ ਵਿੱਚ ਕਿਉਂ ਦਰਜ ਕੀਤੇ ਹੋਏ ਆ, ਕਿਉਂ ਲਿਖੇ ਹੋਏ ਆ, ਇਹਦੇ ਪਿੱਛੇ ਕੀ ਰੀਜ਼ਨ ਆ, ਕੀ ਕਾਰਨ ਆ। ਜਿਹੜੀ ਜਾਣਕਾਰੀ ਮੈਂ ਪੜ੍ਹੀ ਆ ਮੈਂ ਉਹੀ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਕਰ ਰਿਹਾ ਹਾਂ। ਸਰਦਾਰ ਹਰਜਿੰਦਰ ਸਿੰਘ ਜੀ ਕਰਸਾਣਾ ਨੇ ਸਾਨੂੰ ਦੱਸਿਆ ਹੈ ਵੀ ਇਹ ਜਿਹੜੇ ਲਟਕਵੇਂ ਅੰਕ ਆ ਗਿਣਤੀਵਾਚਕ, ਜਿਵੇਂ ਇੱਥੇ 1 ਅੰਕ ਆ, ਇੱਥੇ 2 ਅੰਕ ਆ, ਇੱਥੇ 3 ਅੰਕ ਆ, ਕਈ ਜਗ੍ਹਾ ਤੇ 4 ਅੰਕ ਵੀ ਲਿਖਿਆ ਹੋਇਆ, ਕਈ ਜਗ੍ਹਾ ਤੇ 5 ਅੰਕ ਵੀ ਲਿਖਿਆ ਹੋਇਆ, ਕਈ ਜਗ੍ਹਾ ਤੇ 6 ਅੰਕ ਵੀ ਹੁੰਦਾ ਵਾ। 38 ਵਾਰ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਵੀ 38 ਦਫਾ ਲਗਭਗ ਜਿਹੜੇ ਇਹ ਗਿਣਤੀਵਾਚਕ ਅੰਕ ਜਿਹੜੇ ਆ ਵੱਖੋ ਵੱਖਰੇ ਰਾਗਾਂ ਦੇ ਵਿੱਚ ਜਿਹੜੇ ਆ ਉਹ ਦਰਜ ਕੀਤੇ ਹੋਏ ਆ। ਇਹ ਗਿਣਤੀਵਾਚਕ ਅੰਕਾਂ ਦਾ ਦਰਜ ਕਰਨ ਦਾ ਅਸਲ ਵਿੱਚ ਜਿਹੜਾ ਮੰਤਵ ਹੈ, ਅਸਲ ਵਿੱਚ ਜਿਹੜਾ ਕਾਰਨ ਹੈ ਸਾਧ ਸੰਗਤ ਇਹਨੂੰ ਸੁਣੋ ਜੀ ਧਿਆਨ ਦੇ ਨਾਲ। ਉਹ ਕਾਰਨ ਇਹ ਹੈ, ਇਹ ਉਚਾਰਨ ਦਾ ਵਿਸ਼ਾ ਤਾਂ ਹੈ ਨਹੀਂ, ਪਰ ਇਹ ਗਿਣਤੀਵਾਚਕ ਅੰਕ ਦਾ ਮਤਲਬ ਪਤਾ ਕੀ ਆ ਜੀ। ਇਹਦਾ ਮਤਲਬ ਇਹ ਆ, ਸਰਦਾਰ ਹਰਜਿੰਦਰ ਸਿੰਘ ਜੀ ਕਰਸਾਣਾ ਦੇ ਕਹੇ ਮੁਤਾਬਕ ਉਹਨਾਂ ਦਾ ਮੰਨਣਾ ਹੈ, ਜਿਵੇਂ ਉਹਨਾਂ ਨੇ ਖੋਜ ਕੀਤੀ ਹੋਈ ਆ ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ, ਸਾਂਝੀ ਕਰ ਰਿਹਾ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ, ਇਹ ਜਿਹੜਾ ਗਿਣਤੀਵਾਚਕ ਅੰਕ ਹੈ, ਇਹ ਅੰਕ ਸਾਧ ਸੰਗਤ ਜੀ ਮੈਂ ਦੱਸਣਾ ਚਾਹਾਂਗਾ, ਇਹ ਅੰਕ ਜਿਹੜਾ ਹੈ ਇਹ ਘਰ ਦੇ ਨਾਲ ਸੰਬੰਧਿਤ ਆ ਜੀ। ਘਰ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਘਰ ਸ਼ਬਦ ਪੜ੍ਹਦੇ ਆ ਨਾ ਜੀ। ਘਰ, ਘਰ ਪਹਿਲਾ, ਘਰ ਦੂਜਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਲਿਖਿਆ ਹੁੰਦਾ ਹੈ ਵੀ ਇੱਦਾਂ ਜੀ, ਘਰ ਪਹਿਲਾ, ਘਰ ਦੂਜਾ। ਹਾਲਾਂਕਿ ਸਾਧ ਸੰਗਤ ਖਿਆਲ ਰੱਖੋ ਵੀ ਘਰ ਸ਼ਬਦ ਦੇ ਨਾਲ ਵੀ ਅੰਕ ਹੀ ਲਿਖੇ ਹੁੰਦੇ ਆ, 1 ਅੰਕ 2 ਅੰਕ, ਪਰ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਵੀ ਘਰ ਸ਼ਬਦ ਦੇ ਨਾਲ ਇਹ ਜਿਹੜੇ ਗਿਣਤੀਵਾਚਕ ਅੰਕ ਨੇ ਨਾ 1 ਤੋਂ ਲੈ ਕੇ 17 ਤੱਕ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਘਰ ਆਉਂਦੇ ਆ। ਤੇ ਘਰ ਸ਼ਬਦ ਦੇ ਨਾਲ ਇਸ ਢੰਗ ਦੇ ਨਾਲ ਗਿਣਤੀਵਾਚਕ ਅੰਕ ਲਿਖੇ ਹੁੰਦੇ ਆ 1 2 3 4 5 6 7 8। ਇਹਨਾਂ ਅੰਕਾਂ ਦਾ ਜਿਹੜਾ ਉਚਾਰਨ ਹੈ ਉਹ ਅਸੀਂ ਗਿਣਤੀਵਾਚਕ ਨਹੀਂ ਕਰਨਾ ਹੁੰਦਾ, 1 2 3 ਨਹੀਂ ਕਰਨਾ ਹੁੰਦਾ। ਇਹਨਾਂ ਅੰਕਾਂ ਦਾ ਉਚਾਰਨ ਅਸੀਂ ਕਰਨਾ ਹੁੰਦਾ ਘਰ ਪਹਿਲਾ, ਘਰ ਦੂਜਾ, ਘਰ ਤੀਜਾ,
घर चौथा, घर पंजवां, घर छेवां, इस ढंग दे नाल पंजाबी ਜਾਂ मैं कह सकदा भी गुरमुखी भाषा ਦੇ ਵਿੱਚ ਜਿਹੜਾ ਹੈ ਇਹਨਾਂ ਅੰਕਾਂ ਦਾ ਜਿਹੜਾ ਹੈ ਉਹ ਅਸੀਂ ਉਚਾਰਨ ਕਰਨਾ ਹੁੰਦਾ ਹੈ। तो ਇਹ ਜਿਹੜੇ ਛੋਟੇ ਜਿਹੇ ਸਰੂਪ ਦੇ ਵਿੱਚ ਸਾਸਨ ਲਟਕਵੇਂ ਅੰਕ ਆ ਗਿਣਤੀਵਾਚਕ, ਇਹ ਘਰ ਦੇ ਨਾਲ ਸੰਬੰਧਿਤ ਆ ਜੀ, ਘਰ ਦੇ ਨਾਲ, ਇਹ ਘਰ ਦੇ ਨਾਲ ਸੰਬੰਧਿਤ ਆ। ਇਹਦਾ ਮਤਲਬ ਇਹ ਆ ਵੀ ਰਾਗ ਗੌੜੀ ਘਰ ਪਹਿਲਾ, ਗੌੜੀ ਘਰ ਦੂਜਾ, ਗੌੜੀ ਘਰ ਤੀਜਾ। ਪਰ ਇੱਥੇ ਖਿਆਲ ਰੱਖੋ ਅਸੀਂ ਉਚਾਰਨ ਨਹੀਂ ਕਰਨਾ, केवल साध संगत ये नॉलेज वास्ते आ, साडी जानकारी वास्ते आ। जदों असी गुरबाणी की व्याख्या करांगे, गुरबाणी के अर्थां नूं समझांगे, उस समय साध संगत ये लटकवे अंकां दा सानूं जिहड़ा वा वो मतलब पता होएगा भी ये जिहड़ा है वो घर दे नाल रिलेटेड है, घर दे नाल संबंधित है। कहण तो भाव भी राग गौड़ी घर पहला, घर पहले दे विच जिहड़े है वो शब्द आरंभ हो रहे हैं, फिर गौड़ी घर दूजे, घर दूजे दे विच शब्द आरंभ हो रहे हैं। इत्थे साध संगत मैं एक जानकारी आप जी दे नाल होर साझी करना चाहांगा, इसनूं ख्याल च रखो। हालांकि जिहड़ा राग गौड़ी है जी, गुरु ग्रंथ साहिब जी की पावन बाणी विच सब तो वड्डा राग है जी। गौड़ी राग दे विच किते भी जिहड़ा है वो घर जिहड़ा शब्द आ वो नहीं आया होया। घर दे विच राग गौड़ी दे विच बाणी दर्ज नहीं आ, पर हाँ साध संगत ये गल याद रखो भी संकेत मात्र ये जिहड़े लटकवे अंक लिखे हुए हैं ना जी, ये घर दे नाल संबंधित आ, ये घर नाल संबंधित आ। सरदार हरजिंदर सिंह जी करसाणा उन्होंने बहुत महत्वपूर्ण ये जानकारी साडे तक पहुँचाई आ भी एक घर दे नाल संबंधित आ, ये शब्दां की गिनती दे नाल संबंधित नहीं आ। क्योंकि जो शब्दां की गिनती करांगे साध संगत उस समय असी जिहड़ा वा वो बहुत वड्डी कन्फ्यूजिंग दे विच जिहड़े चले जावांगे, सानू पता नहीं लगेगा भी ये जिहड़े लटकवे अंक ने गिनतीवाचक 1 2 3 भी इहदे नाल रिलेटेड किन्ने कुछ शब्द दर्ज आ। हालांकि शब्द दर्ज नहीं आ, एक घर दे नाल संबंधित आ जी। गौड़ी घर पहला, गौड़ी घर दूजा, गौड़ी घर तीजा, तीजे घर दे विच इस शब्द नूं गाउणा वा, दूसरे घर दे विच इस शब्द नूं गाउणा वा, पहले घर दे विच इस शब्द नूं गाउणा वा। हुण कईयां दे मन विच सवाल उठदा होवेगा भी जिहड़ा घर शब्द आ, घर शब्द का जिहड़ा वा वो अर्थ भाव की हुंदा वा, ते मैं आप जी दे नाल बिल्कुल संखेप मात्र इन्नी कुछ जानकारी साझी करना चाहांगा भी जिहड़ा घर शब्द आ ना जी, जिहड़ा घर शब्द आ ये जिहड़ा जुड़िया होया है कीर्तन दे नाल, ये जुड़िया होया जदों हारमोनीयम वजाया जाता है ना, तबले दे नाल ताल दित्ती जाती है, सरगम जिहड़ी आ वो जिहड़ी सरगम आ, जिस सरगम दे विच जिहड़ा है शब्द गायन किया जाता है वो सरगम दे नाल रिलेटेड शब्द आ जी एक घर। तो मैं उम्मीद करदा भी आप जी नूं जिहड़ी आ वो मोटी मोटी जिहड़ी आ वो जानकारी समझ विच आ गई होवेगी भी ये लटकवे अंक जिहड़े आ एक घर के नाल संबंधित आ। साध संगत जी इस तो अगे इसे ही विषय के मुतलक एक विचार जिहड़ी आ वो वैरी वैरी इंपोर्टेंट होर समझण वाली आ। जिवें आ तुसीं देख सकते हो भी मैं ब्लैक बोर्ड के उपर कुछ शब्द जिहड़े आ वो एक बार फिर तो दोबारा नोट कीते आ जी। जिवें गौड़ी, गौड़ी राग का नाम आ जी। गौड़ी राग दे विच जदों भगत कबीर साहब जी की जिहड़ी आ वो बाणी आरंभ हुंदी आ जी। गौड़ी कबीर जी 30 पदे 4 तुके, ये जिहड़ा 4 तुके शब्द आ, 4 तुके शब्द के पैर दे विच तुसीं देखो भी गिनतीवाचक 2 अंक जिहड़ा है वो लिखिया होया है। जिवें आपां पहलां देखिया सी भी गौड़ी दे पैर दे विच गिनतीवाचक अंक लटकवां लिखिया होया सी छोटे जे स्वरूप विच, इत्थे भी 4 तुके दे पैर विच 2 अंक आ जी। इस तरह गौड़ी कबीर जी दुपदे, दुपदे दे पैर दे विच साध संगत गिनतीवाचक 2 अंक आ, 2 अंक लटकवां। इस तरह जी आसा महला पहला पंचपदे, पंचपदे के पैर दे विच 6 गिनतीवाचक अंक आ जी, 6 लटकवां 6 गिनतीवाचक अंक आ, तुसीं देख सकते हो 6, इत्थे 6 आ जी, इत्थे 2 आ जी, इत्थे भी 2 आ। जिहड़ी गल समझण वाली है जी, जिवें मैं पहला बेनती कीती आ भी ये जिहड़े लटकवे अंक आ ये घर दे नाल संबंधित आ, पर इत्थे साध संगत एक विचार होर समझण वाली आ। ये जिहड़ा 2 अंक आ ना लटके लटकवा आया होया इत्थे गिनतीवाचक जां इत्थे 2 आ, इत्थे 6 आ, दुपदे पंचपदे 6, इत्थे 6 आया होया है। जिथे एक घर दे नाल संबंधित आ उत्थे साध संगत ये लटकवा गिनतीवाचक जिहड़ा 2 अंक आ जां 6 अंक आ इहदा एक संबंध आ इहदे नाल जी 4 तुके नाल, दुपदे नाल, पंचपदे नाल।
ਕਹਿਣ ਤੋਂ ਭਾਵ ਵੀ ਇਹ 2 ਅੰਕ ਸੰਕੇਤਵਾਚਕ ਆ ਜੀ। ਸੰਕੇਤਵਾਚਕ ਤੋਂ ਭਾਵ ਵੀ ਇਹ 2 ਅੰਕ ਸੰਕੇਤ ਕਰ ਰਹੇ ਆ ਵੀ ਭਗਤ ਕਬੀਰ ਸਾਹਿਬ ਜੀ ਦਾ ਜਿਹੜਾ ਸ਼ਬਦ ਆਰੰਭ ਹੋ ਰਿਹਾ ਹੈ। ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਗੌੜੀ ਕਬੀਰ ਜੀ ਤਿਪ ਦੇ 4 ਤੁਕੇ ਸ਼ਬਦ ਆਰੰਭ ਹੋ ਰਿਹਾ ਜੀ। ਜਮ ਤੇ ਉਲਟ ਭਏ ਹੈ ਰਾਮ। ਇੱਥੇ ਸ਼ਬਦ ਆਰੰਭ ਹੋਣਾ ਵਾ ਜੀ, ਜਮ ਤੇ ਉਲਟ ਭਏ ਹੈ ਰਾਮ। ਇਸ ਤੋਂ ਅੱਗੇ ਗੌੜੀ ਕਬੀਰ ਜੀ ਦੂਪਦੇ, ਇੱਥੇ ਜਿਹੜਾ ਵਾ ਉਹ ਸ਼ਬਦ ਆਰੰਭ ਹੋਣਾ ਵਾ ਜੀ, ਨਾ ਮੈਂ ਜੋਗ ਧਿਆਨ ਚਿਤ ਲਾਇਆ। ਇੱਥੇ ਜਿਹੜਾ ਆਸਾ ਮਹਿਲਾ ਪਹਿਲਾ ਪੰਚਪਦੇ, ਇਹ ਜਿਹੜਾ ਪੰਚਪਦੇ ਦਾ ਜਿਹੜਾ ਸ਼ਬਦ ਆ ਉਹ ਆਰੰਭ ਹੋਣਾ ਵਾ ਜੀ, ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਾਹੀ। ਇਹ ਜਿਹੜੇ ਸ਼ਬਦ ਆ ਇਹ ਆਰੰਭ ਹੋਣੇ ਆ। ਤੋ ਜਿਵੇਂ ਸਾਧ ਸੰਗਤ ਇੱਥੇ 4 ਤੁਕੇ ਤੋਂ ਬਾਅਦ ਸ਼ਬਦ ਆਰੰਭ ਹੋਣਾ ਵਾ, ਉਹ ਜਿਹੜਾ ਸ਼ਬਦ ਆਰੰਭ ਹੋਣਾ ਹੈ ਨਾ, ਇਹ 2 ਗਿਣਤੀਵਾਚਕ ਸੰਕੇਤ ਸਾਨੂੰ ਇਹ ਹੈ ਵੀ ਇਸ ਤੋਂ ਅਗਾਂਹ 30 ਪਦੇ ਤੇ 4 ਤੁਕੇ ਵਿੱਚ ਭਗਤ ਕਬੀਰ ਸਾਹਿਬ ਦੇ 2 ਸ਼ਬਦ ਜਿਹੜੇ ਆ ਉਹ ਹੋਰ ਅਗਾਂਹ ਸਾਨੂੰ ਪੜ੍ਹਨ ਨੂੰ ਮਿਲਣਗੇ। ਜਿਹੜੇ ਇਸ ਸ਼ਬਦ ਤੋਂ ਬਾਅਦ ਜਿਹੜੇ ਅਗਲੇ 2 ਸ਼ਬਦ ਹੋਣਗੇ ਉਹ ਸ਼ਬਦਾਂ ਦਾ ਵੀ ਸੰਬੰਧ 30 ਪਦੇ ਤੇ 4 ਤੁਕੇ ਦੇ ਨਾਲ ਹੋਵੇਗਾ। ਉਹ ਸ਼ਬਦ ਵੀ ਭਗਤ ਕਬੀਰ ਸਾਹਿਬ ਦੇ ਹੋਣਗੇ। ਇਸੇ ਤਰ੍ਹਾਂ ਗੌੜੀ ਕਬੀਰ ਜੀ ਦੂਪਦੇ ਵਿੱਚ ਜਿਹੜਾ ਸ਼ਬਦ ਆਰੰਭ ਹੋ ਰਿਹਾ ਉੱਥੇ ਫਿਰ ਆ 2 ਗਿਣਤੀਵਾਚਕ ਅੰਕ ਜਿਹੜਾ ਵਾ ਉਹ ਸੰਕੇਤ ਕਰ ਰਹੇ ਆ ਵੀ ਉਸ ਸ਼ਬਦ ਤੋਂ ਅੱਗੇ ਜਿਹੜੇ 2 ਸ਼ਬਦ ਹੋਰ ਹੋਣਗੇ, ਉਹ 2 ਸ਼ਬਦ ਜਿਹੜੇ ਆ ਉਹ ਦੂਪਦੇ ਵਾਲੇ ਹੋਣਗੇ। ਉਸ ਤੋਂ ਅੱਗੇ ਆਸਾ ਮਹਿਲਾ ਪਹਿਲਾ, ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦਾ ਰਾਗ ਆਸਾ ਵਿੱਚ ਸ਼ਬਦ ਆਰੰਭ ਹੋ ਰਿਹਾ, ਦੁੱਧ ਬਿਨ ਧੇਨ ਪੰਖ ਬਿਨ ਪੰਖੀ। ਇਸ ਸ਼ਬਦ ਤੋਂ ਅੱਗੇ, ਕਿਉਂਕਿ ਇਹ ਸ਼ਬਦ ਆ ਜੀ ਪੰਚਪਦੇ ਵਾਲਾ, ਪੰਚਪਦੇ ਦਾ ਜਿਹੜਾ ਸ਼ਬਦ ਆ, ਇਸ ਤੋਂ ਅੱਗੇ ਜਿਹੜੇ ਹੋਰ 6 ਸ਼ਬਦ ਆਉਣਗੇ। ਇਹ ਜਿਹੜਾ ਗਿਣਤੀਵਾਚਕ 6 ਅੰਕ ਆ ਜੀ, ਇਹ 6 ਅੰਕ ਇਸ ਗੱਲ ਵੱਲ ਸੰਕੇਤ ਕਰ ਰਹੇ ਆ ਵੀ ਇਸ ਤੋਂ ਅੱਗੇ ਜਿਹੜੇ ਹੋਰ ਅਗਲੇਰੇ 6 ਸ਼ਬਦ ਹੋਣੇ ਆ, ਉਹ ਸ਼ਬਦ ਵੀ ਜਿਹੜੇ ਆ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਪੰਚਪਦੇ ਵਾਲੇ ਹੀ ਹੋਣਗੇ। ਰਾਈਟ, ਮੈਂ ਉਮੀਦ ਕਰਦਾ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਇਹ ਵਿਚਾਰ। ਤੋਂ ਸਾਧ ਸੰਗਤ ਇਸ ਗੱਲ ਨੂੰ ਖਿਆਲ ਰੱਖੋ ਵੀ ਜਿੱਥੇ ਗਿਣਤੀਵਾਚਕ ਜਿਹੜੇ ਅੰਕ ਆ ਇਹਨਾਂ ਦਾ ਸੰਬੰਧ ਆ ਘਰ ਦੇ ਨਾਲ, ਉੱਥੇ ਹੀ ਇਹ ਗਿਣਤੀਵਾਚਕ ਅੰਕ ਜਿਹੜੇ ਆ ਉਹ ਸੰਕੇਤਵਾਚੀ ਵੀ ਆ ਵੀ ਇਸ ਸ਼ਬਦ ਦੇ ਨਾਲ ਮਿਲਦੇ ਜੁਲਦੇ ਰਿਲੇਟਡ ਜਿਹੜੇ ਸ਼ਬਦ ਆ ਉਹ ਅਗਲੇਰੇ ਕਿੰਨੇ ਕੁ ਸ਼ਬਦ ਹੋਣਗੇ। 2 ਸ਼ਬਦ ਹੋਣਗੇ, 3 ਸ਼ਬਦ ਹੋਣਗੇ, ਕਿਉਂਕਿ ਜੇ 2 ਗਿਣਤੀਵਾਚਕ ਅੰਕ ਆਇਆ ਫਿਰ 2 ਸ਼ਬਦ ਹੋਣਗੇ। ਜੇ 3 ਗਿਣਤੀਵਾਚਕ ਅੰਕ ਆਇਆ ਵਾ 3 ਸ਼ਬਦ ਹੋਣਗੇ। ਜੇ 5 ਗਿਣਤੀਵਾਚਕ ਅੰਕ ਆਇਆ ਵਾ ਫਿਰ 5 ਸ਼ਬਦ ਮਿਲਦੇ ਜੁਲਦੇ ਹੋਣਗੇ। ਜੇ 6 ਗਿਣਤੀਵਾਚਕ ਅੰਕ ਆਇਆ ਹੈ ਤੇ 6 ਜਿਹੜੇ ਸ਼ਬਦ ਆ ਉਹ ਉਹਦੇ ਨਾਲ ਸੰਬੰਧਿਤ ਸ਼ਬਦ ਹੋਣਗੇ। ਇਹ ਜਿਹੜਾ 30 ਪਦੇ ਤੋਂ ਭਾਵ ਆ 3 ਪਦਿਆਂ ਵਾਲਾ ਸ਼ਬਦ, 4 ਤੁਕੇ ਤੋਂ ਭਾਵ ਹੁੰਦੇ 4 ਤੁਕਾਂ ਵਾਲਾ ਸ਼ਬਦ, ਦੁਪਦੇ ਤੋਂ ਭਾਵ ਹੁੰਦੇ 2 ਪਦਿਆਂ ਵਾਲਾ ਸ਼ਬਦ, ਪੰਚਪਦੇ ਤੋਂ ਭਾਵ ਹੁੰਦਾ ਵਾ 5 ਪਦਿਆਂ ਵਾਲਾ ਸ਼ਬਦ। ਤੋ ਸਾਧ ਸੰਗਤ ਮੈਂ ਉਮੀਦ ਕਰਦਾ ਵਾਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਜਿਹੜੀ ਆ ਉਹ ਆਪ ਜੀ ਨੂੰ ਜ਼ਰੂਰ ਸਮਝ ਵਿੱਚ ਆਈ ਹੋਵੇਗੀ। ਮੈਂ ਅਖੀਰ ਤੇ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਵੀ ਮੈਨੂੰ ਵੀ ਇਸ ਢੰਗ ਨਾਲ ਹੀ ਪਹਿਲਾਂ ਪ੍ਰਤੀਤ ਹੁੰਦਾ ਸੀ ਵੀ ਇਹ ਜਿਹੜੇ ਗਿਣਤੀਵਾਚਕ ਅੰਕ ਨੇ ਲਟਕਵੇਂ ਆਏ ਹੋਏ ਆ, ਇਹ ਸ਼ਬਦਾਂ ਦੀ ਗਿਣਤੀ ਮਿਣਤੀ ਆ ਜੀ। ਪਰ ਕਿਤੇ ਨਾ ਕਿਤੇ ਜਿਹੜਾ ਹੈ ਉਹ ਮੈਨੂੰ ਡਾਊਟ ਸੀ ਵੀ ਕਿਤੇ ਨਾ ਕਿਤੇ ਮੈਂ ਗਲਤ ਹਾਂ, ਵੀ ਇਹ ਕੇਵਲ ਲਟਕਵੇਂ ਅੰਕ ਗਿਣਤੀਵਾਚਕ ਨਹੀਂ ਆ, ਇਹਨਾਂ ਦਾ ਕੋਈ ਹੋਰ ਮਤਲਬ ਆ। ਫਿਰ ਸਰਦਾਰ ਹਰਜਿੰਦਰ ਸਿੰਘ ਜੀ ਕਰਸਾਣਾ ਦਾ ਉਹ ਗੁਰਬਾਣੀ ਵਿਆਕਰਨ ਤੇ ਲੇਖ ਪੜ੍ਹ ਕੇ ਅੱਜ ਮੈਨੂੰ ਜਿਹੜੀ ਆ ਉਹ ਸਹੀ ਮੁਕੰਮਲ ਜਾਣਕਾਰੀ ਪ੍ਰਾਪਤ ਹੋਈ ਆ ਵੀ ਇਹ ਜਿਹੜੇ ਲਟਕਵੇਂ ਗਿਣਤੀਵਾਚਕ ਅੰਕ ਨੇ, ਇੱਕ ਤਾਂ ਇਹ ਸੰਕੇਤਵਾਚੀ ਆ, ਦੂਸਰੇ ਇਹ ਘਰ ਦੇ ਨਾਲ ਸੰਬੰਧਿਤ ਆ। ਤੇ ਸਾਧ ਸੰਗਤ ਇਸ ਗੱਲ ਨੂੰ ਹਮੇਸ਼ਾ ਖਿਆਲ ਵਿੱਚ ਰੱਖੋ, ਇਹਨਾਂ ਦਾ ਅਸੀਂ ਜਿਹੜਾ ਹੈ ਉਹ ਉਚਾਰਨ ਨਹੀਂ ਕਰਨਾ। ਉਚਾਰਨ ਅਸੀਂ ਤਾਂ ਕਰਨਾ ਜੇ ਪੂਰਾ ਘਰ ਸ਼ਬਦ ਲਿਖਿਆ ਹੋਵੇਗਾ ਤੇ ਉਹਦੇ ਨਾਲ ਵੱਡੇ ਸਰੂਪ ਦੇ ਵਿੱਚ ਜਿਹੜੇ ਆ ਉਹ ਅੰਕ ਲਿਖੇ ਹੋਣਗੇ, ਪਹਿਲਾ, ਦੂਜਾ, ਤੀਜਾ ਜਾਂ ਚੌਥਾ ਜਾਂ ਪੰਜਵਾਂ ਜਾਂ ਛੇਵਾਂ ਜਾਂ ਸੱਤਵਾਂ, 1 ਤੋਂ ਲੈ ਕੇ 17 ਤੱਕ ਜਿਹੜੇ ਆ ਉਹ ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲਦੇ ਆ। ਪਰ ਜਦੋਂ ਲਟਕਵੇਂ ਇਹਨਾਂ ਗਿਣਤੀਵਾਚਕ ਅੰਕਾਂ ਨੂੰ ਅਸੀਂ ਦੇਖਾਂਗੇ ਬਿਲਕੁਲ ਛੋਟੇ ਜਿਹੇ ਸਰੂਪ ਵਿੱਚ ਸਾਨੂੰ ਦਿਖਾਈ ਪੈਂਦੇ ਆ। ਇਹਨਾਂ ਦਾ ਉਚਾਰਨ ਨਹੀਂ ਕਰਨਾ, ਇਹ ਘਰ ਦੇ ਨਾਲ ਸੰਬੰਧਿਤ ਆ ਤੇ ਇੱਕ ਸੰਕੇਤਵਾਚੀ ਇਹ ਜਿਹੜੇ ਆ ਅੰਕ ਨੇ। ਕਹਿਣ ਤੋਂ ਭਾਵ ਕਈ ਜਗ੍ਹਾ ਤੇ ਸ਼ਬਦਾਂ ਦੀ ਗਿਣਤੀ ਮਿਣਤੀ ਦੇ ਨਾਲ ਇਹ ਸੰਬੰਧਿਤ ਆ ਜੀ। ਤੋ ਸਾਧ ਸੰਗਤ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਜੇ ਅੱਜ ਦਾ ਇਹ ਪ੍ਰੋਗਰਾਮ ਆਪ ਜੀ ਨੂੰ ਪਸੰਦ ਆਇਆ ਹੋਵੇ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਵੱਧ ਤੋਂ ਵੱਧ ਸਿੱਖ ਸੰਗਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜੀ।
ਲਾਈਕ ਜ਼ਰੂਰ ਕਰਿਓ, ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।